ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਤਉ ਮੈਂ ਆਇਆ ਸ਼ਰਣੀ ਆਇਆ, ਭਰੋਸੈ ਆਇਆ ਕਿਰਪਾ ਆਇਆ। ਜਿਉ ਭਾਵੈ ਤਿਉ ਰਾਖੋ ਸੁਆਮੀ, ਮਾਰਗ ਗੁਰਹਿ ਪਠਾਇਆ। ਜਿਉ ਭਾਵੈ ਤਿਉ ਰਾਖੋ ਸੁਆਮੀ, ਮਾਰਗ ਗੁਰਹਿ ਪਠਾਇਆ। ਟਟੈ ਟੰਚ ਕਰਹੁ ਕਿਆ ਪ੍ਰਾਨੀ, ਘੜੀ ਕੇ ਮੋਹਤ ਕੇ ਉਠ ਚੱਲਣਾ। ਜੂਐ ਜਨਮ ਨਾ ਹਾਰੋ ਆਪਣਾ, ਭਾਜ ਪੜ੍ਹੋ ਤੁਮ ਹਰਿ ਸਰਣਾ। ਜੂਐ ਜਨਮ ਨਾ ਹਾਰੋ ਆਪਣਾ, ਭਾਜ ਪੜ੍ਹੋ ਤੁਮ ਹਰਿ ਸਰਣਾ। ਪਰਮ ਸਨਮਾਨਯੋਗ ਜਬਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਮੁਜੱਸਮੇ, ਸੁੱਖਾਂ ਦੇ ਸਾਗਰ, ਦਇਆਲੂ ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਾਜ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਪਾਵਨ ਹਜ਼ੂਰੀ ਵਿੱਚ ਸੱਜ ਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਾਧ ਸੰਗਤ ਜਿੱਥੇ ਬੜੇ ਪਿਆਰ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਲਵਾਈ ਹੈ, ਉੱਥੇ ਕੁਝ ਕੁ ਸਮਾਂ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ, ਪਾਵਨ ਬਾਣੀ ਪੱਟੀ ਲਿਖੀ ਦੇ ਵਿੱਚੋਂ ਸਰਵਣ ਕੀਤਾ ਹੈ। ਟਟੈ ਟੰਚ ਕਰਹੁ ਕਿਆ ਪ੍ਰਾਨੀ, ਘੜੀ ਕੇ ਮੋਹਤ ਕੇ ਉਠ ਚੱਲਣਾ। ਜੂਐ ਜਨਮ ਨ ਹਾਰਹੁ ਆਪਣਾ, ਭਾਜ ਪੜ੍ਹੋ ਤੁਮ ਹਰਿ ਸਰਣਾ। ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਨਾ, ਉਹ ਬਹੁਤ ਥੋੜੀ ਹੈ। ਪਤਾ ਨਹੀਂ ਕਦੋਂ ਇਹਦੇ ਸਵਾਸ ਰੁਕਣੇ ਨੇ, ਤਾਂ ਇਸ ਸੰਸਾਰ ਤੋਂ ਉੱਠ ਚੱਲਣਾ ਇਹਨੇ। ਪਰ ਪਤਾ ਨਹੀਂ ਇਸ ਗੱਲ ਦੀ ਇਹਨੂੰ ਸਮਝ ਕਿਉਂ ਨਹੀਂ ਪੈਂਦੀ। ਇਹ ਸੋਚਦਾ ਹੈ ਕਿ ਸ਼ਾਇਦ ਮੈਂ ਇਸ ਦੁਨੀਆ ਦੇ ਵਿੱਚ ਕਾਫੀ ਲੰਬਾ ਸਮਾਂ ਜੀ ਕੇ ਜਾਵਾਂਗਾ। ਸਤਿਗੁਰੂ ਜੀ ਕਹਿੰਦੇ ਐਵੇਂ ਮਾਇਆ ਦੇ ਪਿੱਛੇ ਦੌੜਦਾ ਹੋਇਆ ਆਪਣੀ ਜ਼ਿੰਦਗੀ ਨੂੰ, ਆਪਣੀ ਲਾਈਫ ਨੂੰ ਵੇਸਟ ਨਾ ਗਵਾ। ਉਸ ਮਾਲਕ ਦੀ ਸ਼ਰਨ ਦੇ ਵਿੱਚ ਚਲਾ ਜਾ। ਸ਼ਰਨ ਦੇ ਵਿੱਚ ਜਾਏਗਾ ਤੇ ਸਫਲ ਹੋ ਸਕੇਗਾ। ਜੇ ਇਸੇ ਤਰ੍ਹਾਂ ਭੱਜਦਾ ਹੀ ਰਿਹਾ ਤੇ ਸਤਿਗੁਰੂ ਜੀ ਕਹਿੰਦੇ ਨਹੀਂ, ਆਪਣੀ ਜ਼ਿੰਦਗੀ ਨੂੰ ਤੂੰ ਵੇਸਟ ਗਵਾ ਜਾਏਗਾ। ਸਤਿਗੁਰੂ ਜੀ ਕੀ ਸਮਝਾ ਰਹੇ ਨੇ, ਸਾਧ ਸੰਗਤ ਇਹ ਸਮਝਣ ਦੀ ਆਪਾਂ ਕੋਸ਼ਿਸ਼ ਕਰਨੀ ਹੈ। ਸੋ ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦਸਮ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਹੁਣੇ ਤੁਸੀਂ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ। ਮਨ ਡੋਲਦਾ ਹੈ ਨਾ। ਸਾਧ ਸੰਗਤ ਕਦੇ ਨੋਟ ਕਰਕੇ ਦੇਖਿਓ, ਤੁਸੀਂ ਸਾਰੇ ਸਿਆਣੇ ਬੈਠੇ ਹੋ, ਘਰਾਂ ਦੇ ਵਿੱਚ ਬੱਚੇ ਨੇ, ਆਪਾਂ ਬੱਚੇ ਪਾਲੇ ਵੀ ਨੇ, ਜਵਾਨ ਵੀ ਕੀਤੇ ਨੇ। ਮੇਰੇ ਖਿਆਲ ਦੇ ਵਿੱਚ ਹੈ ਕਿ ਤੁਸੀਂ ਕਦੇ ਧਿਆਨ ਦਿੱਤਾ ਹੋਵੇਗਾ ਛੋਟੇ ਬੱਚਿਆਂ ਦੇ ਵੱਲ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਨੂੰ ਕੋਈ ਚਿੰਤਾ ਥੋੜੀ ਨਾ ਹੈ, ਚਿਹਰੇ ਦੇ ਉੱਤੇ ਅਜੀਬ ਹੀ ਮੁਸਕਰਾਹਟ ਹੈ ਉਹਦੇ ਤੇ।
ਉਹਦੀ ਸੰਭਾਲ ਮਾਤਾ ਪਿਤਾ ਵੱਲੋਂ, ਪੂਰੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਤੁਸੀਂ ਉਸ ਨੂੰ ਆਪਣੇ ਹੱਥਾਂ ਦੇ ਵਿੱਚ ਪਕੜ ਕੇ ਹਵਾ 'ਚ ਉਛਾਲੋਗੇ ਨਾ, ਤੇ ਉਹਦੇ ਚਿਹਰੇ ਤੇ ਮੁਸਕਰਾਹਟ ਹੋਏਗੀ, ਉਹਦਾ ਚਿਹਰਾ ਖਿੜਖੜਾਏਗਾ, ਹੱਸੇਗਾ ਉਹ। ਕਿਉਂ? ਉਹਨੂੰ ਤਾਂ ਡਰਨਾ ਚਾਹੀਦਾ ਹੈ। ਹੋ ਸਕਦਾ ਕੁਝ ਡਰਦੇ ਵੀ ਹੋਣ, ਪਰ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਜਿਹੜੇ ਜਿਨ੍ਹਾਂ ਨੂੰ ਹਵਾ ਦੇ ਵਿੱਚ ਉਛਾਲੀ ਨਾ ਤਾਂ ਉਹ ਹੱਸਦੇ ਨੇ। ਉਹ ਡਰਦਾ ਨਹੀਂ ਹੈ। ਕਿਉਂ ਨਹੀਂ ਡਰਦਾ? ਕਿਉਂਕਿ ਉਸ ਨੂੰ ਇਹ ਭਰੋਸਾ ਹੈ ਕਿ ਜਿਸ ਨੇ ਮੈਨੂੰ ਹਵਾ 'ਚ ਉਛਾਲਿਆ ਹੈ ਨਾ, ਉਹ ਮੈਨੂੰ ਪਕੜੇਗਾ ਜ਼ਰੂਰ। ਉਹ ਤੁਹਾਡੇ ਚਿਹਰੇ ਵੱਲ ਦੇਖਦਾ ਹੈ ਨਾ, ਤੁਹਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਦਾ ਹੈ। ਹੁਣ ਕਈ ਕਹਿਣਗੇ ਜੀ ਉਹ ਬੱਚੇ ਨੂੰ ਕਿਹੜੀ ਸਮਝ ਹੈ, ਪਰ ਖਿਮਾ ਕਰਿਓ, ਉਸ ਮਾਲਕ ਦੀਆਂ ਖੇਡਾਂ ਨਿਰਾਲੀਆਂ ਨੇ। ਜਿਹੜੀ ਸਮਝ ਬੱਚੇ ਨੂੰ ਹੈ ਉਹ ਸਾਨੂੰ ਨਹੀਂ ਜੇ ਹੈਗੀ ਅਸਲ 'ਚ। ਉਹ ਹੱਸਦਾ ਹੈ ਤੇ ਉਹ ਜਦੋਂ ਉਸ ਨੂੰ ਪਕੜਦੇ ਆ ਤਾਂ ਹੋਰ ਜ਼ਿਆਦਾ ਹੱਸਦਾ ਹੈ। ਸਾਧ ਸੰਗਤ, ਉਹਦੇ ਕੋਲੋਂ ਆਪਾਂ ਸਿੱਖਣਾ ਹੈ ਕੁਛ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਕਾਹੇ ਮਨ ਤੂੰ ਡੋਲਤਾ। ਬੱਚੇ ਦੇ ਕੋਲੋਂ ਇਹ ਸਬਕ, ਇਹ ਲੈਸਨ ਆਪਾਂ ਲੈ ਲਈਏ। ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇਹੀ ਗੱਲ ਕਹਿੰਦੇ ਪਏ ਨੇ। ਕਹਿੰਦੇ ਤੇਰੀ ਉਮਰ ਲੰਘਦੀ ਜਾ ਰਹੀ ਹੈ, ਸਮਾਂ ਨਜ਼ਦੀਕ ਆਉਂਦਾ ਪਿਆ ਹੈ, ਤੂੰ ਮਾਇਆ ਦੇ ਪਿੱਛੇ ਦੌੜਦਾ ਪਿਆ ਹੈ। ਟੰਚ ਜਿਹੜਾ ਲਫ਼ਜ਼ ਹੈ ਨਾ, ਟੱਟਾ ਜਿਹੜਾ ਨਾ, ਇਹ ਜੀ ਟੈਂਕਾ, ਪੰਜਾਬੀ ਦੇ ਵਿੱਚ ਟੈਂਕਾ ਆਪਾਂ ਕਹਿੰਦੇ ਆ। ਟੰਚ ਦਾ ਮਤਲਬ ਹੁੰਦਾ ਜੀ ਵਿਅਰਥ ਦਾ ਧੰਦਾ, ਦੌੜ ਭੱਜ, ਮਾਇਆ ਦੀ ਖੇਡ ਕਹਿ ਲਓ। ਸਤਿਗੁਰੂ ਜੀ ਕਹਿੰਦੇ ਕਿਉਂ ਤੂੰ ਇਹਦੇ ਪਿੱਛੇ ਭੱਜਦਾ ਪਿਆ? ਤੇਰੀ ਉਮਰ ਐਡੀ ਲੰਬੀ ਨਹੀਂ ਹੈਗੀ, ਛੋਟੀ ਜੀ ਉਮਰ ਹੈ, 4 ਦਿਨਾਂ ਦੀ ਖੇਡ ਹੈ। ਤੇ ਕੀ ਕਰ? ਕਹਿੰਦੇ ਜੂਐ ਜਨਮ ਨਹਾਰੋ ਆਪਣਾ। ਮਾਇਆ ਦੀ ਖੇਡ ਕਹਿੰਦੇ ਇਹ ਜੂਏ ਦੀ ਬਾਜੀ ਦੀ ਤਰ੍ਹਾਂ, ਇਹ ਇੱਕ ਗੈਂਬਲ ਦੀ ਤਰ੍ਹਾਂ ਹੈ। ਇਹਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਵੇਸਟ ਨਾ ਗਵਾ। ਭਾਜ ਪੜੋ ਤੁਮ ਹਰ ਸ਼ਰਨਾ, ਇਹ ਲੈਸਨ ਲੈਣਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਰੀ ਦੀ ਸ਼ਰਨ ਦੇ ਵਿੱਚ ਚਲਾ ਜਾ। ਤੇ ਜਦੋਂ ਹਰੀ ਦੀ ਸ਼ਰਨ ਵਿੱਚ ਚਲੇ ਜਾਵਾਂਗੇ ਨਾ ਸਾਧ ਸੰਗਤ, ਉਸ ਬੱਚੇ ਦੀ ਤਰ੍ਹਾਂ ਫਿਰ ਸਾਡੇ ਚਿਹਰੇ ਤੇ ਹਮੇਸ਼ਾ ਹੀ ਮੁਸਕਰਾਹਟ ਰਹੇਗੀ, ਭਾਵੇਂ ਕੁਛ ਵੀ ਹੋ ਜਾਵੇ ਜ਼ਿੰਦਗੀ ਦੇ ਵਿੱਚ। ਬੱਚੇ ਨੂੰ ਹਵਾ 'ਚ ਉਛਾਲਿਆ, ਉਹ ਹੱਸਦਾ ਪਿਆ ਹੈ। ਹੋ ਸਕਦਾ ਹੈ ਕਿ ਜਿਸ ਨੇ ਉਸ ਨੂੰ ਪਕੜਨਾ ਹੈ ਉਹਦਾ ਧਿਆਨ ਕਿਤੇ ਇੱਧਰ ਉੱਧਰ ਹੋ ਜਾਵੇ, ਉਹ ਡਿੱਗ ਜਾਏ, ਸੱਟ ਵੀ ਲੱਗ ਸਕਦੀ ਹੈ, ਪਰ ਇਹਦੇ ਬਾਵਜੂਦ ਵੀ ਉਹ ਹੱਸਦਾ ਹੈ। ਸਾਧ ਸੰਗਤ, ਜ਼ਿੰਦਗੀ ਦੇ ਵਿੱਚ ਚਾਹੇ ਦੁੱਖ ਆਵੇ, ਚਾਹੇ ਸੁੱਖ ਆਵੇ, ਚਾਹੇ ਕੈਸੀ ਵੀ ਪ੍ਰੋਬਲਮ ਕਿਉਂ ਨਾ ਆ ਜਾਏ, ਜਦੋਂ ਹਰੀ ਦੀ ਸ਼ਰਨ ਦੇ ਵਿੱਚ ਚਲੇ ਜਾਵਾਂਗੇ ਨਾ, ਜਦੋਂ ਇਹ ਭਰੋਸਾ ਸਾਡੇ ਅੰਦਰ ਵੱਜ ਗਿਆ ਨਾ ਕਿ ਮਾਲਕ ਮੈਨੂੰ ਪਕੜੇਗਾ, ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਸਾਡੇ ਚਿਹਰੇ ਦੇ ਉੱਤੋਂ ਸਾਡੀ ਮੁਸਕਾਨ ਨੂੰ ਖੋ ਸਕੇ। ਵੈਸੇ ਜੇਕਰ ਨਾ ਸ਼ਰਨ ਦੇ ਵਿੱਚ ਆਏ ਮਾਲਕ ਦੀ, ਤੇ ਜ਼ਿੰਦਗੀ ਵੇਸਟ ਜਿਹੜੀ ਹੈ ਉਹ ਜਾਣੀ ਕਿਵੇਂ, ਉਹ ਆਪਾਂ ਐਗਜ਼ਾਮਪਲ ਦੇ ਥਰੂ ਸਮਝ ਸਕਦੇ ਹਾਂ। ਇੱਕ ਬੱਚਾ ਜਿਹੜਾ ਹੈ ਨਾ ਜੀ, ਉਹ ਸਕੂਲ ਦੇ ਵਿੱਚ ਜਾਂਦਾ ਹੈ। ਜਿਵੇਂ ਜਿਵੇਂ ਸਕੂਲ ਦੇ ਵਿੱਚ ਜਾਂਦਾ ਹੈ, ਕਲਾਸਿਸ ਅਟੈਂਡ ਕਰਦਾ ਹੈ, ਡੇ ਬਾਏ ਡੇ ਉਹਦਾ ਐਗਜ਼ਾਮ ਵਾਲਾ ਜਿਹੜਾ ਦਿਨ ਹੈ ਨਾ, ਉਹ ਨੇੜੇ ਆਉਣਾ ਸ਼ੁਰੂ ਹੁੰਦਾ ਹੈ। ਹੁਣ ਜੇਕਰ ਤਾਂ ਉਸ ਬੱਚੇ ਨੇ ਆਪਣੇ ਪੂਰੇ ਉਸ ਸਾਲ ਦੇ ਵਿੱਚ ਕਲਾਸਿਸ ਪੂਰੀ ਤਰ੍ਹਾਂ ਅਟੈਂਡ ਕੀਤੀਆਂ ਨੇ, ਟੀਚਰਸ ਦੇ ਕੋਲੋਂ ਜੋ ਕੁਝ ਉਹਨਾਂ ਨੇ ਪੜ੍ਹਾਇਆ ਬੜੇ ਧਿਆਨ ਦੇ ਨਾਲ ਸੁਣਿਆ, ਸਮਝਿਆ ਹੈ, ਤੇ ਉਸ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ, ਉਹ ਈਜ਼ੀਲੀ ਐਗਜ਼ਾਮ ਜਿਹੜਾ ਉਹ ਕਲੀਅਰ ਕਰ ਜਾਏਗਾ। ਪਰ ਇੱਕ ਉਹ ਬੱਚਾ ਜਿਹੜਾ ਸਕੂਲ ਤਾਂ ਜਾਂਦਾ ਰਿਹਾ, ਕਲਾਸਿਸ ਦੇ ਵਿੱਚ ਵੀ ਬੈਠਦਾ ਰਿਹਾ, ਪਰ ਜੋ ਟੀਚਰਸ ਨੇ ਪੜ੍ਹਾਇਆ, ਜੋ ਲੈਸਨ ਦਿੱਤੇ, ਜੋ ਸਿੱਖਿਆ ਦਿੱਤੀ, ਉਸ ਉਪਦੇਸ਼ ਵੱਲ, ਉਸ ਲੈਸਨ ਵੱਲ, ਉਸ ਪੜ੍ਹਾਈ ਵੱਲ ਉਹਦਾ ਧਿਆਨ ਹੀ ਕੋਈ ਨਹੀਂ ਰਿਹਾ। ਉਹਦਾ ਧਿਆਨ ਹੀ ਆਸੇ-ਪਾਸੇ ਭਟਕਦਾ ਰਿਹਾ, ਕਦੇ ਇੱਧਰ ਦੇਖ ਲਿਆ, ਕਦੇ ਇੱਧਰ ਦੇਖ ਲਿਆ, ਕਦੇ ਕੁਝ ਕਰ ਲਿਆ, ਕਦੇ ਕੁਝ ਕਰ ਲਿਆ, ਪੜ੍ਹਾਈ ਵੱਲ ਧਿਆਨ ਹੀ ਨਹੀਂ ਰਿਹਾ। ਹਾਲਾਂਕਿ ਉਹ ਸਕੂਲ ਵੀ ਜਾਂਦਾ ਰਿਹਾ, ਕਲਾਸ ਦੇ ਵਿੱਚ ਬੈਠਦਾ ਵੀ ਰਿਹਾ, ਪਰ ਧਿਆਨ ਨਹੀਂ ਪੜ੍ਹਾਈ ਵਿੱਚ। ਤੇ ਜਦੋਂ ਫਿਰ ਐਗਜ਼ਾਮ ਆਉਂਦੇ ਨੇ ਨਾ ਸਾਧ ਸੰਗਤ, ਉਹ ਡਰਦਾ ਵੀ ਹੈ, ਤੇ ਫਿਰ ਪੜ੍ਹਾਈ ਦੇ ਵਿੱਚ ਧਿਆਨ ਨਾ ਰੱਖਣ ਕਰਕੇ ਉਹ ਐਗਜ਼ਾਮ ਦੇ ਵਿੱਚੋਂ ਫੇਲ ਵੀ ਹੋ ਜਾਂਦਾ ਹੈ। ਹੁਣ ਜੇਕਰ ਆਪਾਂ ਮਾਲਕ ਦੀ ਸ਼ਰਨ ਦੇ ਵਿੱਚ ਆਉਣਾ ਨਾ, ਬਿਲਕੁਲ ਉਸ ਸਟੂਡੈਂਟ ਦੀ ਤਰ੍ਹਾਂ ਜਿਹੜਾ ਸਕੂਲ ਦੇ ਵਿੱਚ ਜਾਂਦਾ ਹੈ, ਕਲਾਸ ਦੇ ਵਿੱਚ ਬੈਠਦਾ ਹੈ, ਟੀਚਰ ਦੀ ਗੱਲ ਨੂੰ ਸੁਣਦਾ ਹੈ, ਉਹਦੇ ਵੱਲੋਂ ਪੜ੍ਹਾਇਆ ਜਾ ਰਿਹਾ ਲੈਸਨ ਬੜੇ ਧਿਆਨ ਦੇ ਨਾਲ ਉਹਨੂੰ ਅਬਜ਼ਰਵ ਕਰਦਾ ਹੈ। ਜੇਕਰ ਤਾਂ ਇਸ ਤਰੀਕੇ ਦੇ ਨਾਲ ਆਪਾਂ ਮਾਲਕ ਦੀ ਸ਼ਰਨ ਦੇ ਵਿੱਚ ਆਵਾਂਗੇ, ਹੁਣ ਇਹਦਾ ਸ਼ਰਨ ਦੇ ਵਿੱਚ ਆਉਣ ਦਾ ਮਤਲਬ ਵੀ ਸਾਧ ਸੰਗਤ ਨਾਲ ਸਮਝ ਲਿਓ।
ਜਦੋਂ ਆਪਾਂ ਕਹਿੰਦੇ ਨਾ ਕਿ ਮੈਂ ਗੁਰੂ ਦੀ ਸ਼ਰਨ ਦੇ ਵਿੱਚ ਜਾਵਾਂ ਜਾਂ ਮੈਨੂੰ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਚਾਹੀਦਾ ਹੈ, ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਆਪਣੇ ਘਰ ਤੋਂ ਚੱਲ ਕੇ ਗੁਰਦੁਆਰੇ ਪਹੁੰਚ ਕੇ ਸਤਿਗੁਰਾਂ ਦੇ ਸਾਹਮਣੇ ਮੱਥਾ ਟੇਕ ਕੇ ਬੈਠ ਜਾਵਾਂ ਤੇ ਮੈਂ ਸ਼ਰਨ 'ਚ ਆ ਗਿਆ। ਇੱਥੇ ਗੱਲ ਖਤਮ ਨਹੀਂ ਜੀ ਹੁੰਦੀ। ਇਸ ਤੋਂ ਅਗਲਾ ਸਟੈਪ ਹੈ, ਸਕੂਲ ਤੇ ਬੱਚਾ ਵੀ ਗਿਆ ਹੈ, ਕਲਾਸ ਦੇ ਵਿੱਚ ਉਹ ਜਾ ਕੇ ਬੈਠਾ ਹੈ, ਪਰ ਫਿਰ ਵੀ ਉਹ ਫੇਲ ਹੋ ਗਿਆ। ਕਿਉਂ? ਕਿਉਂਕਿ ਉਹਨੇ ਪੜ੍ਹਾਈ ਵਿੱਚ ਧਿਆਨ ਨਹੀਂ ਦਿੱਤਾ। ਮੈਂ ਘਰ ਤੋਂ ਚੱਲ ਕੇ ਗੁਰਦੁਆਰੇ ਆਇਆ, ਮੈਂ ਸੰਗਤ ਵਿੱਚ ਬੈਠਾ ਵੀ, ਪਰ ਫਿਰ ਵੀ ਮੇਰੀ ਜ਼ਿੰਦਗੀ ਵੇਸਟ ਹੋ ਗਈ, ਫਿਰ ਵੀ ਮੇਰੇ ਜੀਵਨ ਦੇ ਵਿੱਚ ਕੋਈ ਚੇਂਜ ਨਹੀਂ ਆਇਆ। ਕਿਉਂ? ਕਿਉਂਕਿ ਜਿਹੜਾ ਉਪਦੇਸ਼ ਗੁਰੂ ਸਾਹਿਬ ਸਾਨੂੰ ਦੇ ਰਹੇ ਸੀ, ਉਸ ਉਪਦੇਸ਼ ਵੱਲ ਮੇਰਾ ਧਿਆਨ ਹੀ ਕੋਈ ਨਹੀਂ। ਮੈਂ ਇੱਧਰ ਉੱਧਰ ਦੇਖਦਾ ਪਿਆ, ਕੌਣ ਆਇਆ, ਕੌਣ ਗਿਆ, ਕੌਣ ਕੀ ਕਰਦਾ ਪਿਆ ਹੈ, ਕਿਸ ਨੇ ਕੀ ਪਹਿਨਿਆ ਹੈ। ਇਹਨਾਂ ਗੱਲਾਂ ਤੋਂ ਇਲਾਵਾ ਮੇਰਾ ਧਿਆਨ ਹੋਰ ਕਿਸੇ ਪਾਸੇ ਗਿਆ ਨਹੀਂ। ਜਿੱਧਰ ਜਾਣਾ ਚਾਹੀਦਾ ਸੀ ਉਧਰ ਗਿਆ ਹੀ ਨਹੀਂ, ਤੇ ਫਿਰ ਪਾਸ ਕਿਵੇਂ ਹੋਵਾਂਗੇ? ਇਹਨੂੰ ਸ਼ਰਨ ਵਿੱਚ ਆਉਣਾ ਨਹੀਂ ਜੇ ਕਹਿੰਦੇ। ਸ਼ਰਨ ਦੇ ਵਿੱਚ ਆਉਣ ਦਾ ਭਾਵ ਹੈ ਕਿ ਜੇ ਮੈਂ ਸੰਗਤ ਵਿੱਚ ਆਣ ਕੇ ਬੈਠ ਗਿਆ ਤੇ ਗੁਰੂ ਦੇ ਸ਼ਬਦ ਤੋਂ ਇਲਾਵਾ ਮੇਰਾ ਧਿਆਨ ਹੋਰ ਕਿਸੇ ਪਾਸੇ ਹੋਣਾ ਹੀ ਨਹੀਂ ਚਾਹੀਦਾ। ਜੇ ਕੀਰਤਨ ਹੋ ਰਿਹਾ ਹੈ ਤੇ ਮੇਰਾ ਧਿਆਨ ਕੀਰਤਨ ਦੇ ਵਿੱਚ ਜੁੜਨਾ ਚਾਹੀਦਾ ਹੈ। ਜੇ ਪਾਠ ਹੋ ਰਿਹਾ ਹੈ, ਮੇਰਾ ਧਿਆਨ ਪਾਠ ਦੇ ਵਿੱਚ ਜੁੜਨਾ ਚਾਹੀਦਾ ਹੈ। ਜੇ ਕਥਾ ਹੋ ਰਹੀ ਹੈ ਤੇ ਕਥਾ ਦੇ ਵਿੱਚ ਮੇਰਾ ਧਿਆਨ ਲੱਗਣਾ ਚਾਹੀਦਾ ਹੈ। ਤੇ ਜੇ ਐਸਾ ਨਹੀਂ ਹੋ ਰਿਹਾ ਤੇ ਸਾਧ ਸੰਗਤ ਖਿਮਾ ਕਰਨਾ, ਅਸੀਂ ਸ਼ਰਨ ਦੇ ਵਿੱਚ ਨਹੀਂ। ਜੇਕਰ ਮੈਂ ਚਾਹੁੰਦਾ ਨਾ ਮੇਰੇ ਜੀਵਨ ਦੇ ਵਿੱਚ ਚੇਂਜ ਆਏ ਤੇ ਮੈਨੂੰ ਇਸ ਤਰੀਕੇ ਦੇ ਨਾਲ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਪਵੇਗਾ। ਕਹਿੰਦੇ ਨੇ ਇੱਕ ਗ੍ਰੈਂਡ ਡਾਟਰ, ਪੋਤਰੀ, ਉਹ ਆਪਣੇ ਦਾਦੇ ਦੇ ਕੋਲ ਗਈ, ਆਪਣੇ ਦਾਦੇ ਨੂੰ ਜਾ ਕੇ ਕਹਿੰਦੀ ਦਾਦਾ ਜੀ, ਮੈਂ ਅੱਜ ਤੋਂ ਬਾਅਦ ਗੁਰਦੁਆਰੇ ਨਹੀਂ ਜਾਇਆ ਕਰਨਾ। ਜਦੋਂ ਆ ਲਫ਼ਜ਼ ਕੰਨਾਂ ਦੇ ਵਿੱਚ ਪਏ ਨਾ ਦਾਦੇ ਦੇ, ਤੇ ਦਾਦਾ ਬੜਾ ਹੈਰਾਨ ਹੋਇਆ। ਕਹਿੰਦੇ ਪੁੱਤ ਕਿਉਂ, ਕੀ ਗੱਲ ਹੋਈ, ਗੁਰਦੁਆਰੇ ਕਿਉਂ ਨਹੀਂ ਜਾਣਾ? ਕਹਿੰਦੀ ਦਾਦਾ ਜੀ, ਜਦੋਂ ਮੈਂ ਗੁਰਦੁਆਰੇ ਜਾਣੀ ਆ ਨਾ ਤੇ ਮੈਨੂੰ ਲੋਕ ਵੇਖਦੇ ਨੇ, ਮੇਰੇ ਵੱਲ ਵੇਖਦੇ ਨੇ ਲੋਕ, ਤੇ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਕੋਈ ਮੇਰੇ ਵੱਲ ਵੇਖੇ, ਇਸ ਕਰਕੇ ਮੈਂ ਗੁਰਦੁਆਰੇ ਨਹੀਂ ਜਾਣਾ। ਦਾਦਾ ਥੋੜਾ ਜਿਹਾ ਹੁਣ ਮੁਸਕਰਾਇਆ ਤੇ ਕਿਆ ਕਹਿਣ ਲੱਗੇ, ਬੇਟਾ ਚਲ ਠੀਕ ਹੈ, ਜੇਕਰ ਤੂੰ ਫੈਸਲਾ ਕਰ ਲਿਆ ਹੈ ਤੇ ਨਾ ਜਾਈ, ਪਰ ਇੱਕ ਵਾਰ ਮੇਰੇ ਕਹਿਣ ਤੇ ਕੱਲ ਨੂੰ ਤੂੰ ਗੁਰਦੁਆਰੇ ਜ਼ਰੂਰ ਜਾਈ। ਕੱਲ ਦਾ ਦਿਨ ਚਲੀ ਜਾਈ, ਉਸ ਤੋਂ ਬਾਅਦ ਤੇਰੀ ਮਰਜ਼ੀ ਹੈ, ਜਾਣਾ ਹੈ ਜਾਈ, ਨਹੀਂ ਜਾਣਾ ਤੇਰੀ ਮਰਜ਼ੀ। ਅਗਲਾ ਦਿਨ ਆਇਆ ਜੀ, ਉਹ ਗ੍ਰੈਂਡ ਡਾਟਰ ਜਿਹੜੀ ਹੈ ਨਾ ਗੁਰਦੁਆਰੇ ਜਾਣ ਲੱਗੀ ਤੇ ਦਾਦੇ ਨੇ ਆਵਾਜ਼ ਮਾਰੀ, ਕਹਿਣ ਲੱਗੇ ਬੇਟਾ ਗੁਰਦੁਆਰੇ ਜਾ ਰਹੀਆਂ, ਇੱਕ ਕੰਮ ਕਰ, ਆ ਪਾਣੀ ਦਾ ਗਲਾਸ ਹੱਥ ਦੇ ਵਿੱਚ ਪਕੜ ਤੇ ਇਹ ਲੈ ਕੇ ਜਾ ਗੁਰੂ ਘਰ, ਤੇ ਧਿਆਨ ਰੱਖੀ ਇੱਕ ਵੀ ਪਾਣੀ ਦੀ ਬੂੰਦ, ਇੱਕ ਵੀ ਪਾਣੀ ਦੀ ਡ੍ਰੌਪ ਜਿਹੜੀ ਹੈ ਉਹ ਇਹਦੇ ਵਿੱਚੋਂ ਜ਼ਮੀਨ ਤੇ ਨਹੀਂ ਡਿੱਗਣੀ ਚਾਹੀਦੀ। ਗਲਾਸ ਪਕੜਿਆ ਜੀ, ਤੁਰ ਪਈ ਗੁਰਦੁਆਰੇ ਵੱਲ, ਗਈ ਗੁਰਦੁਆਰੇ, ਗੁਰੂ ਘਰ ਗਈ, ਦਰਸ਼ਨ ਮੇਲੇ ਕੀਤੇ, ਗੁਰੂ ਘਰ ਜਾ ਕੇ ਸੰਗਤ ਦੇ ਦੀਦਾਰ ਕੀਤੇ, ਵਾਪਸ ਆਈ ਤੇ ਦਾਦੇ ਨੂੰ ਉਹ ਪਾਣੀ ਦਾ ਗਲਾਸ ਵਾਪਸ ਕਰਦਿਆਂ ਹੋਇਆ ਕਿਆ ਕਹਿਣ ਲੱਗੀ, ਦਾਦਾ ਜੀ ਪਾਣੀ ਦੀ ਇੱਕ ਬੂੰਦ ਵੀ ਜ਼ਮੀਨ ਤੇ ਨਹੀਂ ਡਿੱਗੀ। ਤੇ ਹੁਣ ਦਾਦੇ ਨੇ ਅਗਲਾ ਸਵਾਲ ਕੀਤਾ, ਕਹਿਣ ਲੱਗੀ ਬੇਟਾ ਅੱਜ ਤੈਨੂੰ ਕਿਸੇ ਨੇ ਦੇਖਿਆ? ਅੱਜ ਤੈਨੂੰ ਗੁਰਦੁਆਰੇ ਜਦੋਂ ਤੂੰ ਗਈ ਤੈਨੂੰ ਕਿਸੇ ਨੇ ਦੇਖਿਆ? ਕਹਿੰਦੀ ਕਿ ਪਤਾ ਨਹੀਂ। ਕਿਉਂ ਨਹੀਂ ਪਤਾ? ਕਹਿੰਦੀ ਕਿਉਂਕਿ ਮੇਰਾ ਧਿਆਨ ਹੀ ਇਸ ਪਾਣੀ ਦੇ ਗਲਾਸ ਵੱਲ ਸੀ ਕਿ ਕਿਤੇ ਪਾਣੀ ਦੀ ਬੂੰਦ ਜ਼ਮੀਨ ਤੇ ਨਾ ਡਿੱਗ ਜਾਏ। ਤੇ ਦਾਦਾ ਜੀ ਨੇ ਫਿਰ ਕਿਹਾ, ਕਹਿਣ ਲੱਗੇ ਬੇਟਾ ਤੂੰ ਗੁਰਦੁਆਰੇ ਜਾਂਦੀ ਕਿਉਂ ਨਹੀਂ ਇਸ ਤਰੀਕੇ ਦੇ ਨਾਲ? ਤੇਰਾ ਧਿਆਨ ਗੁਰੂ ਦੇ ਜਦੋਂ ਸ਼ਬਦ ਵੱਲ ਹੋਏਗਾ ਨਾ, ਕੌਣ ਕੀ ਕਰਦਾ ਪਿਆ ਤੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪਏਗਾ। ਕੌਣ ਦੇਖਦਾ ਪਿਆ ਤੈਨੂੰ, ਤੇਰੇ ਬਾਰੇ ਕੀ ਕੋਈ ਗੱਲ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ, ਤੈਨੂੰ ਇਹਨਾਂ ਗੱਲਾਂ ਦੇ ਨਾਲ ਕੋਈ ਫਰਕ ਨਹੀਂ ਪਏਗਾ ਜੇਕਰ ਤੇਰਾ ਧਿਆਨ ਗੁਰੂ ਵੱਲ ਹੋਏਗਾ। ਤੇ ਜੇਕਰ ਤੇਰਾ ਧਿਆਨ ਆਸੇ-ਪਾਸੇ ਹੋਏਗਾ ਨਾ, ਫਿਰ ਤੈਨੂੰ ਲੱਗੇਗਾ ਕਿ ਕੋਈ ਮੇਰੇ ਬਾਰੇ ਗੱਲਾਂ ਕਰਦਾ ਪਿਆ। ਸਾਧ ਸੰਗਤ, ਇਹ ਸਾਡੀ ਵੀ ਕਹਾਣੀ ਹੈ ਜੀ। ਹੋ ਸਕਦਾ ਹੈ ਕਿ ਕੋਈ ਜਿਹੜਾ ਮੱਥਾ ਟੇਕਣ ਆਇਆ ਹੈ ਉਹਦੇ ਵੱਲ ਅਸੀਂ ਦੇਖਦੇ ਪਏ ਸੀ ਤੇ ਉਹਦੇ ਅੰਦਰ ਐਸਾ ਖਿਆਲ ਪੈਦਾ ਹੋ ਜਾਵੇ। ਕਿਉਂ ਕਿਸੇ ਦੇ ਅੰਦਰ ਐਸਾ ਖਿਆਲ ਪੈਦਾ ਕਰਨਾ? ਕਿਉਂ? ਅਸੀਂ ਲੋਕਾਂ ਨੂੰ ਦੇਖਣ ਨਹੀਂ ਆਏ ਕਿ ਕੌਣ ਕਿਸ ਤਰੀਕੇ ਦੇ ਨਾਲ ਆ ਰਿਹਾ ਹੈ। ਗੁਰਦੁਆਰੇ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਦੇਖਾਂ ਕੌਣ ਕਿਵੇਂ ਚੱਲ ਕੇ ਕਿਵੇਂ ਮੱਥਾ ਟੇਕਦਾ ਹੈ, ਕਿਸ ਤਰ੍ਹਾਂ ਦਾ ਉਹਨੇ ਕੱਪੜਾ ਪਹਿਨਿਆ ਹੋਇਆ। ਇਸ ਵਾਸਤੇ ਥੋੜੀ ਨਾ ਆਪਾਂ ਆਉਂਦੇ ਆ ਇੱਥੇ। ਸਾਡੇ ਆਉਣ ਦਾ ਪਰਪਸ ਹੈ ਕਿ ਅਸੀਂ ਗੁਰੂ ਦੀ ਖੁਸ਼ੀ ਲੈਣੀ ਹੈ।
ਗੁਰੂ ਦੀ ਸ਼ਰਨ ਦੇ ਵਿੱਚ ਆਨੇ ਆ। ਤੇ ਇਹ ਗੁਰੂ ਦੀ ਸ਼ਰਨ ਦਾ ਮਤਲਬ ਨਹੀਂ ਜੇ, ਗੁਰੂ ਦੀ ਸ਼ਰਨ ਦਾ ਮਤਲਬ ਹੈ ਕਿ ਮੇਰਾ ਧਿਆਨ ਗੁਰੂ ਦੇ ਸ਼ਬਦ ਵੱਲ ਹੋ ਜਾਏ। ਬਸ ਜੋ ਗੁਰੂ ਕਹਿ ਰਹੇ ਨੇ ਨਾ, ਉਸ ਉਪਦੇਸ਼ ਨੂੰ ਮੈਂ ਆਪਣੇ ਕੰਨਾਂ ਦੇ ਨਾਲ ਧਿਆਨ ਦੇ ਨਾਲ ਸੁਣਾ ਤੇ ਉਹ ਮੇਰੇ ਅੰਦਰ ਜਾਣਾ ਚਾਹੀਦਾ ਹੈ। ਇਹ ਵੈ ਗੁਰੂ ਦੀ ਸ਼ਰਨ। ਤੇ ਜਿਸ ਨੇ ਇਸ ਤਰ੍ਹਾਂ ਗੁਰੂ ਦੀ ਸ਼ਰਨ ਨੂੰ ਪ੍ਰਾਪਤ ਕਰ ਲਿਆ, ਜਿਹੜਾ ਇਸ ਤਰੀਕੇ ਦੇ ਨਾਲ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਨਾ, ਸਤਿਗੁਰੂ ਜੀ ਕਹਿੰਦੇ ਫਿਰ ਉਹਦਾ ਜਨਮ ਵੇਸਟ ਨਹੀਂ ਹੋਏਗਾ, ਉਹਦੀ ਲਾਈਫ ਵੇਸਟ ਨਹੀਂ ਜਾਏਗੀ। ਜਿਹੜਾ ਇਸ ਤਰੀਕੇ ਦੇ ਨਾਲ ਕਲਾਸ ਨੂੰ ਅਟੈਂਡ ਕਰ ਲਏਗਾ ਨਾ, ਉਹ ਸਟੂਡੈਂਟ ਪਾਸ ਜ਼ਰੂਰ ਹੋਏਗਾ, ਫੇਲ ਹੋ ਹੀ ਨਹੀਂ ਸਕਦਾ। ਤੇ ਜਿਸ ਨੇ ਬਸ ਧਿਆਨ ਹੀ ਇੱਧਰ ਉੱਧਰ ਰੱਖਿਆ ਨਾ ਸਾਧ ਸੰਗਤ, ਉਹ ਪਾਸ ਨਹੀਂ ਜੀ ਹੋ ਸਕਦਾ। ਜੇ ਮੈਂ ਚਾਹੁੰਦਾ ਕਿ ਮੈਂ ਗੁਰੂ ਦੀ ਨਜ਼ਰ ਦੇ ਵਿੱਚ ਪ੍ਰਵਾਨ ਹੋਵਾਂ ਜਾਂ ਮੇਰਾ ਜੀਵਨ ਜਿਹੜਾ ਹੈ ਉਹ ਸਫਲ ਹੋ ਸਕੇ, ਤੇ ਫਿਰ ਮੈਨੂੰ ਧਿਆਨ ਆਪਣਾ ਨਾ ਆਸੇ ਪਾਸੇ ਤੋਂ ਹਟਾ ਕੇ ਗੁਰੂ ਦੇ ਸ਼ਬਦ ਵੱਲ ਜੋੜਨਾ ਪਏਗਾ। ਯਾਦ ਰਹੇ। ਤੇ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਨਾ, ਤੇ ਗੁਰੂ ਉਸ ਨੂੰ ਡੋਲਣ ਨਹੀਂ ਜੇ ਦਿੰਦਾ। ਮੈਂ ਬੇਨਤੀ ਕੀਤੀ ਜਿਹੜਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ, ਕਾਹੇ ਮਨ ਤੂੰ ਡੋਲਤਾ, ਗੁਰੂ ਨਹੀਂ ਜੀ ਉਹਨੂੰ ਡੋਲਣ ਦਿੰਦਾ ਜਿਸ ਨੇ ਗੁਰੂ ਦੀ ਸ਼ਰਨ ਲੈ ਲਈ, ਜਿਸ ਨੇ ਗੁਰੂ ਦਾ ਲੜ ਪਕੜ ਲਿਆ। ਥੋੜਾ ਇਤਿਹਾਸ ਵੱਲ ਝਾਤ ਮਾਰੋਗੇ ਨਾ, ਤੁਹਾਨੂੰ ਇੱਕ ਘਟਨਾ ਬੜੀ ਪਿਆਰੀ ਮਿਲੇਗੀ ਇਤਿਹਾਸ ਦੇ ਵਿੱਚੋਂ। ਔਰੰਗਜ਼ੇਬ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬੜਾ ਭਾਵਨਾ ਵਾਲਾ ਇੱਕ ਸਿੱਖ ਹੋਇਆ ਜੀ, ਉਹਨਾਂ ਦਾ ਨਾਮ ਹੈ ਭਾਈ ਨੰਦ ਲਾਲ ਜੀ। ਭਾਈ ਨੰਦ ਲਾਲ ਜੀ ਦੀਆਂ ਫਾਰਸੀ ਦੀਆਂ ਰਾਈਟਿੰਗਸ ਮਿਲਦੀਆਂ ਨੇ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤ ਦੇ ਵਿੱਚ, ਵਡਿਆਈ ਦੇ ਵਿੱਚ ਲਿਖਿਆ ਜੀ ਫਾਰਸੀ ਚ। ਭਾਈ ਨੰਦ ਲਾਲ ਜੀ ਔਰੰਗਜ਼ੇਬ ਦਾ ਜਿਹੜਾ ਪੁੱਤਰ ਹੈ ਨਾ ਜੀ, ਉਹਦੇ ਬੜਾ ਕਲੋਜ਼ ਹੈ। ਤੇ ਔਰੰਗਜ਼ੇਬ ਜਿੱਥੇ ਬੜਾ ਕੱਟੜ ਬਾਦਸ਼ਾਹ ਸੀ, ਬੜਾ ਜ਼ਾਲਮ ਵੀ ਸੀ, ਉੱਥੇ ਧਰਮੀ ਵੀ ਸੀ। ਉਹਦਾ ਦਰਬਾਰ ਸੱਜਿਆ ਕਰਦਾ ਸੀ, ਤੇ ਦਰਬਾਰ ਦੇ ਵਿੱਚ ਨਾ ਉਹ ਕੁਰਾਨ ਦੇ, ਜਿਹੜਾ ਇਸਲਾਮ ਦਾ ਧਾਰਮਿਕ ਗ੍ਰੰਥ ਹੈ ਕੁਰਾਨ, ਉਹਦੀਆਂ ਜਿਹੜੀਆਂ ਆਇਤਾਂ ਨੇ, ਆਇਤਾਂ ਮਤਲਬ ਵਰਸਸ ਨੇ ਜਿਹੜੇ, ਉਹਨਾਂ ਦੇ ਅਰਥ ਸੁਣਿਆ ਕਰਦਾ ਸੀ। ਤੇ ਇੱਕ ਦਿਨ ਕਿਸੇ ਆਇਤ ਦੇ ਅਰਥ ਸੁਣਦਿਆਂ ਸੁਣਦਿਆਂ ਉਹਦੀ ਤਸੱਲੀ ਨਾ ਹੋਈ। ਜਿਹੜਾ ਉਹਦੇ ਦਰਬਾਰ ਦੇ ਵਿੱਚ ਅਰਥ ਕਰਨ ਵਾਲਾ ਹੈ ਨਾ, ਮੀਨਿੰਗ ਕਰਨ ਵਾਲਾ ਹੈ, ਉਹਨੇ ਅਰਥ ਕੀਤੇ ਕਿਸੇ ਆਇਤ ਦੇ, ਪਰ ਉਹ ਸੈਟੀਸਫਾਈ ਨਹੀਂ ਹੋਇਆ। ਹੋਰਾਂ ਨੂੰ ਵੀ ਬੁਲਾਇਆ ਗਿਆ ਉਸ ਆਇਤ ਦੇ ਅਰਥ ਕਰਨ ਵਾਸਤੇ, ਪਰ ਔਰੰਗਜ਼ੇਬ ਦੀ ਤਸੱਲੀ ਨਾ ਹੋ ਪਾਈ, ਉਹ ਸੈਟੀਸਫਾਈ ਨਹੀਂ ਹੋ। ਕਈਆਂ ਨੇ ਅਰਥ ਸੁਣਾ ਦਿੱਤੇ ਉਹਨੂੰ, ਪਰ ਨਹੀਂ, ਕਹਿੰਦਾ ਨਹੀਂ, ਗੱਲ ਨਹੀਂ ਬਣੀ ਹੈ ਜੀ। ਤੇ ਉਹਦੇ ਪੁੱਤਰ ਨੇ ਫਿਰ ਕਿਹਾ, ਕਹਿਣ ਲੱਗੇ ਪਿਤਾ ਜੀ ਮੇਰੇ ਕੋਲ ਇੱਕ ਮੇਰਾ ਮੁਨਸ਼ੀ ਹੈ, ਉਹ ਬੜਾ ਲਿਆਕਤ ਵਾਲਾ ਹੈ, ਬੜਾ ਉਹ ਗਿਆਨਵਾਨ ਹੈ, ਅਰਬੀ ਫਾਰਸੀ ਦਾ ਬੜਾ ਉਹ ਗਿਆਤਾ ਹੈ, ਬੜਾ ਨੌਲੇਜੇਬਲ ਹੈ। ਤੇ ਜੇਕਰ ਤੁਸੀਂ ਕਹੋ ਤੇ ਉਹਦੇ ਕੋਲੋਂ ਇੱਕ ਵਾਰ ਅਰਥ ਸੁਣ ਕੇ ਦੇਖੋ। ਬੁਲਾਇਆ ਗਿਆ ਜੀ ਭਾਈ ਨੰਦ ਲਾਲ ਜੀ ਨੂੰ। ਉਹਨਾਂ ਨੇ ਅਰਥ ਕੀਤੇ, ਤੇ ਜਿਵੇਂ ਉਹਨਾਂ ਨੇ ਅਰਥ ਕਰਕੇ ਔਰੰਗਜ਼ੇਬ ਨੂੰ ਸੁਣਾਇਆ ਨਾ, ਔਰੰਗਜ਼ੇਬ ਹੈਰਾਨ ਰਹਿ ਗਿਆ। ਇਸ ਤਰ੍ਹਾਂ ਦੇ ਅਰਥ ਉਹਨੇ ਸੁਣੇ ਕਿਤੇ ਨਹੀਂ ਸੀ। ਇੰਨੇ ਡੀਪ ਮੀਨਿੰਗ ਕਰਕੇ ਉਸ ਭਾਈ ਨੰਦ ਲਾਲ ਜੀ ਨੇ ਔਰੰਗਜ਼ੇਬ ਨੂੰ ਸੁਣਾਏ, ਉਹ ਹੈਰਾਨ ਰਹਿ ਗਿਆ। ਤੇ ਜਦੋਂ ਭਾਈ ਨੰਦ ਲਾਲ ਜੀ ਉੱਠ ਕੇ ਚਲੇ ਗਏ ਨਾ, ਤੇ ਉਹਨੇ ਆਪਣੇ ਪੁੱਤਰ ਨੂੰ ਕਿਹਾ, ਕਹਿਣ ਲੱਗਾ ਇੰਨਾ ਗਿਆਨੀ ਪੁਰਸ਼ ਤੇ ਅਜੇ ਤੱਕ ਇਸਲਾਮ ਦੇ ਦਾਇਰੇ 'ਚ ਨਹੀਂ ਆਇਆ, ਅਜੇ ਤੱਕ ਇਹਨੇ ਇਸਲਾਮ ਕਬੂਲ ਨਹੀਂ ਕੀਤਾ। ਐਡਾ ਗਿਆਨਵਾਨ ਬੰਦਾ ਹੋਵੇ ਤੇ ਹੋਵੇ ਉਹ ਕਿਸੇ ਹੋਰ ਧਰਮ ਦੇ ਵਿੱਚ, ਇਹ ਕਿਵੇਂ? ਸਮਝ ਲੱਗ ਗਈ ਕਿ ਪਿਤਾ ਕਹਿਣਾ ਕੀ ਚਾਹ ਰਿਹਾ। ਤੇ ਉਹਨੂੰ ਇਹ ਵੀ ਸੀ ਕਿ ਜੇਕਰ ਪਿਤਾ ਦੀ ਆਗਿਆ ਨਾ ਮੰਨੀ ਗਈ ਤੇ ਭਾਈ ਨੰਦ ਲਾਲ ਦੀ ਜਾਨ ਵੀ ਜਾ ਸਕਦੀ ਹੈ। ਭਾਈ ਨੰਦ ਲਾਲ ਤੱਕ ਵੀ ਇਹ ਖਬਰ ਪਹੁੰਚੀ। ਤੇ ਸਾਧ ਸੰਗਤ, ਭਾਈ ਨੰਦ ਲਾਲ ਜੀ ਕਿਹਦੀ ਸ਼ਰਨ ਦੇ ਵਿੱਚ ਜਾਂਦੇ ਨੇ? ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਦੀ ਧਰਤੀ ਤੇ ਪਹੁੰਚ ਜਾਂਦੇ ਨੇ। ਹੁਣ ਪਤਾ ਹੈ ਕਿ ਜੇਕਰ ਮੈਂ ਉੱਥੇ ਰਵਾਂਗਾ ਤੇ ਮੈਨੂੰ ਜਾਂ ਤਾਂ ਇਸਲਾਮ ਕਬੂਲ ਕਰਨਾ ਪਏਗਾ ਜਾਂ ਮੇਰੀ ਮੌਤ ਹੋਏਗੀ। ਦੋਨਾਂ ਦੇ ਵਿੱਚੋਂ ਇੱਕ ਕੰਮ ਜ਼ਰੂਰ ਹੋਏਗਾ। ਤੇ ਉਹ ਇਸਲਾਮ ਕਬੂਲ ਨਹੀਂ ਕਰਨਾ ਚਾਹੁੰਦੇ, ਤੇ ਮਰਨਾ ਤਾਂ ਕੋਈ ਵੀ ਨਹੀਂ ਨਾ ਚਾਹੇਗਾ, ਅਨਿਆਈ ਮੌਤ। ਮਨ ਦੇ ਵਿੱਚ ਸੋਚਣ ਕੀਤਾ ਕੀ ਜਾਵੇ, ਕਿਵੇਂ ਬਚਾਅ ਹੋ ਸਕਦਾ ਹੈ। ਤੇ ਸਾਧ ਸੰਗਤ ਫਿਰ ਖਿਆਲ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਗਏ ਆਨੰਦਪੁਰ ਦੀ ਧਰਤੀ ਤੇ। ਪਤਾ ਸੀ ਕਿ ਜੇਕਰ ਕੋਈ ਬਚਾ ਸਕਦਾ ਹੈ, ਬਚਾ ਹੋ ਸਕਦਾ ਹੈ, ਤੇ ਕੇਵਲ ਉਹੀ ਇੱਕ ਗੁਰੂ ਹੈ ਜਿਹੜਾ ਬਚਾਏਗਾ, ਉਹਨਾਂ ਤੋਂ ਇਲਾਵਾ ਕੋਈ ਨਹੀਂ। ਤੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ 'ਚ ਤੇ ਬਚੇ। ਤੇ ਬਚੇ ਨਹੀਂ ਸਾਧ ਸੰਗਤ, ਉੱਥੇ ਹੀ ਰਹਿ ਗਏ ਆਨੰਦਪੁਰੀ।
ਤੇ ਅਨੰਦਪੁਰ ਰਹਿੰਦੇ ਆ, ਫਿਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤ ਕਰਨੀ, ਵਡਿਆਈ ਕਰਨੀ ਸ਼ੁਰੂ ਕਰ ਦਿੱਤੀ। ਸੋ ਕਹਿਣ ਦਾ ਭਾਵ ਹੈ ਸਾਧ ਸੰਗਤ ਕਿ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਜਿਸ ਨੇ ਗੁਰੂ ਦਾ ਸਹਾਰਾ ਆਪਣੀ ਜ਼ਿੰਦਗੀ ਦੇ ਵਿੱਚ ਲੈ ਲਿਆ ਨਾ, ਉਹਦੇ ਸਾਰੇ ਡਰ ਖਤਮ ਹੋ ਜਾਂਦੇ, ਉਹ ਡੋਲਦਾ ਨਹੀਂ। ਜੇ ਗੁਰੂ ਗੋਬਿੰਦ ਸਿੰਘ ਉਹਨੂੰ ਔਰੰਗਜ਼ੇਬ ਤੋਂ ਬਚਾ ਸਕਦੇ ਨੇ ਨਾ, ਤੇ ਸਾਧ ਸੰਗਤ ਖਿਆਲ ਕਰਿਓ ਆਤਮਿਕ ਤੌਰ ਤੇ ਗੁਰੂ ਸਾਨੂੰ ਵਿਕਾਰਾਂ ਦੇ ਕੋਲੋਂ ਬਚਾ ਸਕਦੇ ਨੇ। ਆਤਮਿਕ ਤੌਰ ਤੇ ਸਾਡਾ ਜੀਵਨ ਗੁਰੂ ਸਫਲ ਬਣਾ ਸਕਦੇ ਨੇ। ਸਾਡੀ ਜਿਹੜੀ ਲਾਈਫ ਵੇਸਟ ਜਾਂਦੀ ਪਈ ਹੈ ਨਾ ਭੱਜ ਦੌੜ ਦੇ ਵਿੱਚ, ਉਸ ਭੱਜ ਦੌੜ ਦੇ ਵਿੱਚੋਂ ਕੱਢ ਕੇ ਸਾਨੂੰ ਆਪਣੀ ਮੰਜ਼ਿਲ ਤੱਕ ਪਹੁੰਚਾ ਸਕਦੇ ਨੇ ਗੁਰੂ। ਪਰ ਸ਼ਰਤ ਫਿਰ ਉੱਥੇ ਹੀ ਆਏਗੀ ਕਿ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਪਏਗਾ। ਬਾਣੀ ਦੇ ਵਿੱਚੋਂ ਵਾਰ-ਵਾਰ ਤੁਸੀਂ ਬਚਨ ਪੜ੍ਹਦੇ ਹੋ, ਮੈਂ ਚਾਹੁੰਦਾ ਨਾ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਆਏ, ਪਰ ਖਿਆਲ ਕਰਿਓ ਸੁੱਖ ਆਉਣਗੇ, ਪਰ ਪਤਾ ਤਾਂ ਹੋਵੇ ਆਉਣਗੇ ਕਿਵੇਂ। ਉਹਦਾ ਤਰੀਕਾ ਵੀ ਸਤਿਗੁਰਾਂ ਨੇ ਬਾਣੀ 'ਚ ਦੱਸਿਆ ਹੈ। ਕੀ ਕਹਿੰਦੇ ਨੇ ਸਤਿਗੁਰੂ ਜੀ? ਕਹਿੰਦੇ ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕਉ ਬਰਤਨ, ਬਿਰਲਾ ਪਾਵੈ ਕੋਈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਿਆ ਸੁਖ ਪਾਈਐ, ਜਾ ਕੀ ਸ਼ਰਨ ਪਿਆ ਸੁਖ ਪਾਈਐ, ਬਹੁੜ ਦੁੱਖ ਨਾ ਹੋਈ। ਕਹਿੰਦੇ ਜੇ ਸੁੱਖ ਚਾਹੁੰਦਾ ਹੈ ਸ਼ਰਨ ਚ ਆ ਜਾ। ਇਹੀ ਇੱਕ ਘਰ ਹੈ, ਇਹੀ ਇੱਕ ਦਰ ਹੈ ਜਿੱਥੋਂ ਤੈਨੂੰ ਤੇਰੇ ਅੰਦਰ ਦੀਆਂ ਜਿਹੜੀਆਂ ਇਛਾਵਾਂ ਨੇ ਨਾ ਉਹ ਪੂਰੀਆਂ ਹੋ ਸਕਦੀਆਂ ਨੇ, ਮਨ ਦੀਆਂ ਖੁਆਇਸ਼ਾਂ ਪੂਰੀਆਂ ਹੋ ਸਕਦੀਆਂ ਨੇ ਕੇਵਲ ਇਸ ਦਰ ਤੋਂ। ਮਾਲਕ ਦੀ ਸ਼ਰਨ ਦੇ ਵਿੱਚ ਆ, ਵਾਰ-ਵਾਰ ਸਤਿਗੁਰੂ ਜੀ ਕਹਿੰਦੇ ਨੇ। ਤੇ ਗੁਰੂ ਨਾਨਕ ਸਾਹਿਬ ਸਾਨੂੰ ਇਹ ਗੱਲ ਸਾਧ ਸੰਗਤ ਬੜੇ ਪਿਆਰ ਦੇ ਨਾਲ ਸਮਝਾਉਂਦੇ ਪਏ ਨੇ। ਕਹਿੰਦੇ ਕਿਉਂ ਤੂੰ ਆਪਣੀ ਜ਼ਿੰਦਗੀ ਜੂਏ ਦੇ ਵਿੱਚ ਹਾਰਦਾ ਪਿਆ? ਵੈਸੇ ਨਾ ਇਨਸਾਨ ਦੀ ਫਿਤਰਤ ਹੈ ਜੀ, ਇਨਸਾਨ ਬਾਣੀ ਦੇ ਵਿੱਚ ਬਚਨ ਬੜਾ ਪਿਆਰਾ ਹੈ। ਸਤਿਗੁਰੂ ਜੀ ਕਹਿੰਦੇ ਐਸਾ ਜਗ ਦੇਖਿਆ ਜੁਆਰੀ, ਕਹਿੰਦੇ ਮੈਂ ਦੇਖਿਆ ਸੰਸਾਰ, ਇਹਦੇ ਵਿੱਚ ਬੜੇ ਬੜੇ ਵੱਡੇ ਜੂਏਬਾਜ਼ ਗੈਂਬਲਰ ਨੇ। ਇਹ ਸੁੱਖ ਤਾਂ ਚਾਹੁੰਦੇ ਨੇ, ਪਰ ਚਾਹੁੰਦੇ ਕਿੱਦਾਂ ਨੇ? ਸਭ ਸੁੱਖ ਮੰਗੈ ਨਾਮ ਵਿਸਾਰੀ, ਸ਼ਰਨ ਚ ਨਹੀਂ ਆਉਣਾ ਚਾਹੁੰਦੇ, ਬੰਦਗੀ ਦੇ ਵਿੱਚ ਨਹੀਂ ਜੁੜਨਾ ਚਾਹੁੰਦੇ, ਪਰ ਚਾਹੁੰਦੇ ਨੇ ਕਿ ਜੀਵਨ ਦੇ ਵਿੱਚ ਸੁੱਖ ਆ ਜਾਏ। ਹੋ ਹੀ ਨਹੀਂ ਸਕਦਾ, ਦੋਨੋਂ ਆਪੋਜ਼ਿਟ ਗੱਲਾਂ ਨੇ। ਮੈਂ ਸੁੱਖ ਵੀ ਚਾਹਾਂ, ਸ਼ਰਨ ਦੇ ਵਿੱਚ ਵੀ ਨਾ ਆਵਾਂ, ਇਹ ਕਿਵੇਂ ਹੋ ਸਕਦਾ ਹੈ? ਸਤਿਗੁਰੂ ਜੀ ਕਹਿੰਦੇ ਤੂੰ ਜੂਏਬਾਜ਼ ਨਾ ਬਣ, ਇਸ ਤਰ੍ਹਾਂ ਦਾ ਨਾ ਬਣ, ਤੂੰ ਸ਼ਰਨ ਦੇ ਵਿੱਚ ਆ, ਜੇਕਰ ਸੁੱਖ ਚਾਹੁੰਦਾ ਮਿਲ ਜਾਏਗਾ। ਕਿਹੜੀ ਵੱਡੀ ਗੱਲ ਹੈ, ਕੋਈ ਪ੍ਰੋਬਲਮ ਨਹੀਂ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੂੰ ਆ ਦੌੜ ਭੱਜ ਜੀ ਛੱਡ ਕੇ ਨਾ ਤੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ। ਜੂਐ ਜਨਮ ਨਾ ਹਾਰੋ ਆਪਣਾ, ਭਾਜ ਪੜੋ। ਭਾਜ ਪੜੋ ਦਾ ਮਤਲਬ ਹੈ ਭੱਜ ਕੇ, ਛੇਤੀ। ਕਿਉਂ ਛੇਤੀ? ਕਿਉਂਕਿ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਸਵਾਸ ਇੱਕ ਦਾ ਭਰੋਸਾ ਨਹੀਂ ਹੈ, ਜਿਹੜਾ ਅੰਦਰ ਗਿਆ ਉਸਨੇ ਬਾਹਰ ਨਿਕਲਣਾ ਹੈ ਕਿ ਨਹੀਂ, ਜਿਹੜਾ ਬਾਹਰ ਨਿਕਲਿਆ ਉਸਨੇ ਅੰਦਰ ਜਾਣਾ ਕਿ ਨਹੀਂ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭੱਜ ਕੇ, ਛੇਤੀ, ਜਲਦੀ ਦੇ ਨਾਲ ਗੁਰੂ ਦੀ ਸ਼ਰਨ ਦੇ ਵਿੱਚ ਚਲਾ ਜਾ। ਗੁਰੂ ਸਾਹਿਬ ਕਹਿੰਦੇ ਨੇ ਨਾ, ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਨੀ। ਘਟ ਕਹਿੰਦੇ ਨੇ ਜੀ ਘੜਾ, ਮਿੱਟੀ ਦਾ ਕਲੇ ਪੌਟ, ਉਹ ਥੋੜੇ ਜਿਹੀ ਉਹਦੇ ਵਿੱਚ ਕਰੈਕ ਪਿਆ ਹੋਵੇ ਨਾ ਕੋਈ, ਤੇ ਹੌਲੀ ਹੌਲੀ ਉਹਦੇ ਵਿੱਚੋਂ ਪਾਣੀ ਜਿਹੜਾ ਨਾ ਉਹ ਬਾਹਰ ਨਿਕਲਦਾ ਰਹਿੰਦਾ ਹੈ। ਤੇ ਇੱਕ ਟਾਈਮ ਐਸਾ ਆਉਂਦਾ ਹੈ ਭਰਿਆ ਹੋਇਆ ਘੜਾ ਖਾਲੀ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਸਰੀਰ ਵੀ ਇੱਕ ਘੜੇ ਦੀ ਤਰ੍ਹਾਂ ਹੈ, ਇਹਦੇ ਵਿੱਚੋਂ ਸਵਾਸ ਪਾਣੀ ਰੂਪ ਦੇ ਵਿੱਚ ਨਿਕਲਦੇ ਪਏ ਨੇ ਬਾਹਰ। ਕਿੰਨੇ ਸਵਾਸ ਮੇਰੇ ਕੋਲ ਬਾਕੀ ਨੇ ਮੈਨੂੰ ਥੋੜੀ ਨਾ ਪਤਾ ਹੈ, ਕਦੋਂ ਮੇਰਾ ਅੰਤਲਾ ਸਵਾਸ ਮੈਂ ਲਵਾਂਗਾ ਮੈਨੂੰ ਨਹੀਂ ਪਤਾ। ਤੇ ਜੇਕਰ ਪਤਾ ਨਹੀਂ ਹੈ ਤੇ ਸਤਿਗੁਰੂ ਜੀ ਕਹਿੰਦੇ ਫਿਰ ਦੇਰ ਕਿਉਂ ਕਰਦਾ ਪਿਆ ਹੈ, ਕਿਉਂ ਡਿਲੇ ਕਰੀ ਜਾ ਰਿਹਾ? ਇਦਾਂ ਹੀ ਹੁੰਦਾ ਨਾ ਜੀ। ਬਾਬਾ ਫਰੀਦ ਜੀ ਨੇ ਕਿਹਾ, ਕਹਿੰਦੇ ਟਾਲੈ ਟੋਲੈ ਦਿਨ ਗਿਆ, ਵਿਆਜ ਬੜੰਤ ਹੋ ਜਾਏ। ਟਾਲੈ ਟੋਲੈ, ਟਾਲ ਮਟੋਲ ਕਰਨਾ, ਅੱਜ ਭਲਕ ਕਰਨਾ, ਸਵੇਰੇ ਪੱਕਾ ਉੱਠਣਾ ਅੰਮ੍ਰਿਤ ਵੇਲੇ, 5 ਵਜੇ ਦਾ ਅਲਾਰਮ ਵੀ ਲਗਾਇਆ, ਅਲਾਰਮ ਵੱਜਿਆ ਬੰਦ ਕਰਕੇ ਕੱਲ ਨੂੰ ਉੱਠਾਂਗੇ, ਇਹਨੂੰ ਕਹਿੰਦੇ ਨੇ ਟਾਲ ਮਟੋਲ ਕਰਨਾ। ਸਤਿਗੁਰੂ ਜੀ ਕਹਿੰਦੇ ਕਿਉਂ ਕਰਦਾ ਪਿਆ ਏਦਾਂ? ਜਦੋਂ ਤੇਰੀ ਜ਼ਿੰਦਗੀ ਦਾ ਭਰੋਸਾ ਕੋਈ ਨਹੀਂ ਹੈ, ਤੈਨੂੰ ਇੱਕ ਸਵਾਸ ਦਾ ਪਤਾ ਨਹੀਂ ਕਦੋਂ ਤੇਰਾ ਅਖੀਰਲਾ ਹੋ ਜਾਣਾ ਹੈ, ਤੇ ਫਿਰ ਕਿਉਂ ਕਹਿੰਦੇ ਤੂੰ ਦੇਰ ਕਰਦਾ ਪਿਆ? ਡਿਲੇ ਨਾ ਕਰ। ਮੈਨੂੰ ਇੱਥੇ ਨਾ ਇੱਕ ਬਚਨ ਯਾਦ ਆ ਗਿਆ ਸਤਿਗੁਰਾਂ ਦਾ, ਬੜਾ ਪਿਆਰਾ ਹੈ ਜੀ। ਕਹਿੰਦੇ ਜਿਹੜੀ ਸਿੱਧੀ ਗੱਲ ਕਹੀ ਜਾਂਦੀ ਹੈ ਨਾ ਇਨਸਾਨ ਨੂੰ, ਚੰਗੀ ਗੱਲ,
ਉਸ ਚੰਗੀ ਗੱਲ ਵੱਲ ਇਹਦਾ ਧਿਆਨ ਨਹੀਂ ਹੁੰਦਾ, ਪਰ ਜਿਹੜੀ ਮਾੜੀ ਗੱਲ ਕਹੀ ਜਾਂਦੀ ਹੈ ਨਾ, ਉਹਦੇ ਵੱਲ ਧਿਆਨ ਬੜੀ ਛੇਤੀ ਜਾਂਦਾ ਜੀ। ਇਨਸਾਨ ਦੀ ਫਿਤਰਤ ਹੈ। ਬੜਾ ਪਿਆਰਾ ਵਚਨ ਹੈ ਜੀ ਬਾਣੀ ਚ, ਗੁਰੂ ਸਾਹਿਬ ਕਹਿੰਦੇ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਜਦੋਂ ਇਹਨੂੰ ਕਿਹਾ ਜਾਂਦਾ ਨਾ ਕਿ ਚੰਗਾ ਕੰਮ ਕਰਨਾ ਹੈ, ਤੇ ਫਿਰ ਆਲਸ ਕਰਦਾ ਹੈ ਥੋੜਾ ਜਿਹਾ, ਆਲਕ ਕਰੇ। ਚੰਗਾ ਕੰਮ ਕਰਨ ਦੇ ਲਈ ਆਲਸ ਆ ਜਾਂਦਾ ਹੈ ਜ਼ਿੰਦਗੀ ਚ, ਸਰੀਰ ਦੇ ਵਿੱਚ। ਪਰ ਜਦੋਂ ਕੁਝ ਬੁਰਾ ਕਰਨ ਵਾਸਤੇ ਕਿਹਾ ਜਾਂਦਾ, ਚਲੋ ਇਹਨੂੰ ਆਪਾਂ ਏਦਾਂ ਕਹਿ ਲਈਏ ਕਿ ਤੁਸੀਂ ਆਪਣੇ ਮਿੱਤਰ ਨੂੰ, ਦੋਸਤ ਨੂੰ ਕਿਹਾ ਕਿ ਭਲਿਆ ਆਪਾਂ ਸਵੇਰੇ ਸੰਡੇ ਆ ਰਿਹਾ ਹੈ ਤੇ ਵੀਕਲੀ ਦੀਵਾਨ ਗੁਰੂ ਹਜ਼ੂਰੀ ਦੇ ਵਿੱਚ ਸੱਜਣਾ ਹੈ, ਤੇ ਆਪਾਂ ਸਵੇਰੇ ਗੁਰਦੁਆਰੇ ਜਾਣਾ ਹੈ, ਅੰਮ੍ਰਿਤ ਵੇਲੇ ਉੱਠ ਜਾਈ, ਆਪਾਂ ਚੱਲਾਂਗੇ। ਉਦੋਂ ਤੇ ਉਹਨੇ ਹਾਂ ਕਰ ਦਿੱਤੀ, ਤੇ ਜਦੋਂ ਸਵੇਰ ਆਈ ਤੁਸੀਂ ਉਸ ਨੂੰ ਉਹਦੇ ਘਰੋਂ ਲੈਣ ਗਏ, ਪਿਕ ਕਰਨ ਵਾਸਤੇ ਗਏ, ਪਤਾ ਲੱਗਾ ਉਹ ਤੇ ਸੁੱਤਾ ਹੈ। ਤੁਸੀਂ ਉਹਦੇ ਕੋਲ ਗਏ, ਉਹਦੇ ਕਮਰੇ ਦੇ ਵਿੱਚ ਜਾ ਕੇ ਉਹਨੂੰ ਉਠਾਇਆ, ਭਈ ਉੱਠ, ਟਾਈਮ ਹੋ ਗਿਆ, ਗੁਰਦੁਆਰੇ ਜਾਣਾ ਹੈ। ਆਲਸ ਆ ਗਿਆ, ਛੱਡ ਯਾਰ ਅਗਲੇ ਹਫਤੇ ਚੱਲਾਂਗੇ। ਤੇ ਜਦੋਂ ਕੋਈ ਮੂਵੀ ਲੱਗੀ ਸਿਨੇਮੇ ਦੇ ਵਿੱਚ, ਪਲਾਨ ਬਣਾਇਆ ਆਪਣੇ ਦੋਸਤ ਦੇ ਨਾਲ ਤੁਸੀਂ, ਤੇ ਕਹਿੰਦਾ ਇਹ ਜ਼ਰੂਰੀ ਕੰਮ ਹੈ, ਪਰ ਚੱਲ ਕੋਈ ਨਹੀਂ, ਐਡਾ ਵੀ ਜ਼ਰੂਰੀ ਕੋਈ ਨਹੀਂ, ਮੂਵੀ ਆਪਾਂ ਪਹਿਲਾਂ ਦੇਖ ਸਕਦੇ ਹਾਂ। ਬੁਰਿਆਈ ਹੋਏ ਸ਼ੇਰ। ਚੰਗਾ ਕੰਮ ਕਰਨ ਲੱਗਿਆਂ ਹਮੇਸ਼ਾ ਹੀ ਸਤਿਗੁਰੂ ਜੀ ਕਹਿੰਦੇ ਇਹਨੂੰ ਆਲਸ ਆ ਜਾਂਦਾ ਹੈ, ਪਰ ਜਦੋਂ ਕੁਝ ਮਾੜਾ ਕਰਨਾ ਹੁੰਦਾ ਹੈ ਨਾ, ਉਦੋਂ ਇਹਦੇ ਅੰਦਰੋਂ ਸਾਰੇ ਆਲਸ ਖਤਮ ਹੋ ਜਾਂਦੇ ਨੇ ਬੜੀ ਜਲਦੀ ਦੇ ਨਾਲ। ਬੁਰਿਆਈ ਹੋਏ ਸ਼ੇਰ। ਸ਼ੇਰ ਦਾ ਮਤਲਬ ਹੁੰਦਾ ਹੈ, ਪਤਾ ਨਾ ਸ਼ੇਰ ਕਿੰਨਾ ਐਕਟਿਵ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਸ਼ੇਰ ਵਾਂਗ ਛਾਲ ਮਾਰ ਕੇ ਤਿਆਰ ਹੋ ਜਾਂਦਾ ਹੈ। ਪਰ ਹੁਣਾ ਕੀ ਚਾਹੀਦਾ ਹੈ? ਗੁਰੂ ਅਰਜਨ ਸਾਹਿਬ ਕਹਿੰਦੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਚੰਗਾ ਕੰਮ ਕਰਨ ਲੱਗਿਆਂ ਦੇਰ ਨਹੀਂ ਕਰਨੀ ਚਾਹੀਦੀ, ਮਾੜਾ ਕੰਮ ਕਰਨ ਲੱਗਿਆਂ ਦੇਰ ਕਰਨੀ ਚਾਹੀਦੀ ਹੈ। ਹੋ ਸਕਦਾ ਹੋਵੇ ਹੀ ਨਾ, ਪਰ ਇਨਸਾਨ ਹੈ ਨਾ ਜੀ, ਪੁੱਠਾ ਚੱਲਦਾ ਹੈ। ਜੋ ਵੀ ਗੁਰੂ ਸਾਹਿਬ ਕਹਿੰਦੇ ਨੇ ਨਾ, ਉਹ ਤੋਂ ਪੁੱਠਾ ਚੱਲਦਾ ਹੈ, ਇਨਸਾਨ ਹੈ। ਸਤਿਗੁਰੂ ਜੀ ਕਹਿੰਦੇ ਪੁੱਠਾ ਨਾ ਚੱਲ, ਡਿੱਗ ਪਏਗਾ। ਸਿੱਧਾ ਹੋ, ਗੁਰੂ ਦੀ ਸ਼ਰਨ ਦੇ ਵਿੱਚ ਆ। ਤੇ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਏਗਾ ਨਾ, ਫਿਰ ਤੇਰਾ ਜੀਵਨ ਸਫਲ ਹੋ ਜਾਏਗਾ। ਨਹੀਂ ਤੇ ਭਟਕਦਾ ਰਹਿ ਜਾਏਗਾ। ਅੱਗੇ ਪਤਾ ਨਹੀਂ ਕਿੰਨੇ ਇਸੇ ਤਰ੍ਹਾਂ ਭਟਕਦੇ ਭਟਕਦੇ ਆਪਣੀ ਜ਼ਿੰਦਗੀ ਨੂੰ ਵੇਸਟ ਕਰਕੇ ਚਲੇ ਗਏ, ਤੇ ਅਜੇ ਵੀ ਭਟਕਦੇ ਪਏ ਨੇ। ਤੇ ਜੇਕਰ ਤੂੰ ਵੀ ਉਸੇ ਲਾਈਨ ਦੇ ਵਿੱਚ ਹੀ ਲੱਗਾ ਰਹਿ ਗਿਆ, ਤੇ ਇਹ ਭਟਕਣਾ ਤਾਂ ਫਿਰ ਹਮੇਸ਼ਾ ਲੱਗੀ ਰਹੇਗੀ, ਇਹ ਖਤਮ ਹੋਣ ਵਾਲੀ ਨਹੀਂ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਇਹ ਉਪਦੇਸ਼ ਦਿੰਦੇ ਪਏ ਨੇ ਜੀ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ। ਟਟੈ ਟੰਚ ਕਰੋ ਕਿਆ ਪ੍ਰਾਣੀ। ਇਹ ਬੰਦਿਆ, ਕਿਉਂ ਤੂੰ ਮਾਇਆ ਦੀ ਦੌੜ ਦੇ ਵਿੱਚ ਲੱਗ ਕੇ ਆਪਣੀ ਜ਼ਿੰਦਗੀ ਨੂੰ ਵੇਸਟ ਕਰਦਾ ਪਿਆ ਹੈ? ਘੜੀ ਕੇ ਮੋਹਤ ਕੇ ਉੱਠ ਚੱਲਣਾ। ਇੱਕ ਪਲ ਦੀ ਜ਼ਿੰਦਗੀ ਹੈ ਤੇਰੀ, ਪਤਾ ਨਹੀਂ ਕਦੋਂ ਤੂੰ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ। ਜੂਏ ਜਨਮ ਨਹਾਰੋ ਆਪਣਾ। ਇਸ ਜੂਏ ਦੇ ਵਿੱਚ ਪੈ ਕੇ, ਇਸ ਜੂਏ ਦੀ ਖੇਡ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਵੇਸਟ ਨਾ ਕਰ, ਬੜੀ ਕੀਮਤੀ ਹੈ। ਭਾਜ ਪੜੋ ਜਲਦੀ ਦੇ ਨਾਲ, ਛੇਤੀ ਦੇ ਨਾਲ। ਤੁਮ ਹਰ ਸ਼ਰਨਾ, ਹਰੀ ਦੀ ਸ਼ਰਨ ਦੇ ਵਿੱਚ ਚਲਾ ਜਾ, ਜੀਵਨ ਤੇਰਾ ਸਫਲ ਹੋ ਜਾਏਗਾ। ਜੇਕਰ ਕੋਈ ਸਟੂਡੈਂਟ ਚਾਹੁੰਦਾ ਹੈ ਨਾ ਕਿ ਮੈਨੂੰ ਡਿਗਰੀ ਮਿਲ ਜਾਏ ਤੇ ਮੈਂ ਚੰਗੀ ਪੋਸਟ ਤੱਕ ਪਹੁੰਚਾਂ, ਤੇ ਉਹਦੇ ਵਾਸਤੇ ਉਹਨੂੰ ਸਾਰੇ ਲੈਸਨਸ, ਸਾਰੀਆਂ ਕਲਾਸਿਸ ਅਟੈਂਡ ਕਰਨੀਆਂ ਪੈਣਗੀਆਂ। ਜੋ ਟੀਚਰ ਨੇ ਪੜ੍ਹਾਇਆ ਹੈ ਉਹਦੇ ਵੱਲ ਧਿਆਨ ਦੇਣਾ ਪਏਗਾ। ਤੇ ਜੇਕਰ ਸਿਰਫ ਇਹ ਸੋਚਿਆ ਹੀ ਹੈ ਕਿ ਮੈਂ ਡਿਗਰੀ ਪ੍ਰਾਪਤ ਕਰ ਲਵਾਂ, ਮੈਨੂੰ ਪੋਸਟ ਚੰਗੀ ਮਿਲ ਜਾਏ, ਕੇਵਲ ਸੋਚਿਆ, ਕੀਤਾ ਕੁਛ ਨਹੀਂ, ਤੇ ਸਤਿਗੁਰੂ ਜੀ ਕਹਿੰਦੇ ਹੋ ਕੁਝ ਨਹੀਂ ਪਾਉਣਾ, ਕੁਛ ਨਹੀਂ ਜੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਹੋ ਸਕਣਾ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਜਿਹੜਾ ਹੈ ਨਾ ਕਿਤੇ ਸਾਡੀ ਸਮਝ ਦੇ ਵਿੱਚ ਆ ਜਾਏ, ਕਿਤੇ ਆਸੇ ਪਾਸੇ ਦੀ ਭਟਕਣਾ ਛੱਡ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ। ਕਿਉਂਕਿ ਗੁਰੂ ਹੀ ਭਟਕਦੇ ਨੂੰ ਟਿਕਾਉਣ ਵਾਲੇ ਨੇ। ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨਹਾਰ। ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨਹਾਰ। ਗੁਰੂ ਕਿਰਪਾ ਕਰਕੇ ਤੇਰੇ ਸਾਰੇ ਦੁੱਖਾਂ ਨੂੰ ਦੂਰ ਕਰ ਦੇਵੇਗਾ। ਸਿਰਫ ਆਣ ਕੇ ਤੂੰ ਗੁਰੂ ਚਰਨਾਂ ਦੇ ਵਿੱਚ ਖੜਾ ਹੋ ਕੇ ਬੇਨਤੀ ਕਰ। ਕੀ ਬੇਨਤੀ ਕਰਨੀ ਹੈ? ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਇਹ ਬੇਨਤੀ ਕਰ ਦੋ ਮਾਲਕ, ਅਸੀਂ ਮਾੜੇ ਕਰਮਾਂ ਵਾਲੇ, ਮਾੜੇ ਕਰਮ ਨੇ ਸਾਡੇ, ਤੂੰ ਕਿਰਪਾ ਕਰ ਬਖਸ਼ ਲਾ। ਤੇ ਜਿਹਨੇ ਬੇਨਤੀ ਕਰ ਦਿੱਤੀ ਨਾ, ਤੇ ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਉਹਨੂੰ ਆਪਣੇ ਕੰਠ ਦੇ ਨਾਲ ਉਹ ਲਗਾ ਵੀ ਲੈਂਦਾ ਹੈ। ਗੁਰੂ ਲਗਾਏਗਾ। ਕਮੀ ਸਾਡੇ ਵਿੱਚ ਹੈ ਕਿ ਅਸੀਂ ਅਜੇ ਤੱਕ ਤਿਆਰ ਨਹੀਂ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਲਈ। ਸਤਿਗੁਰੂ ਦੀ ਰਹਿਮਤ ਕਰਨ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।